ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਰਲਡ ਸਿੱਖ ਅਪਡੇਟਸ USA ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਹੈ। ਕਿਸਾਨ ਮੋਰਚੇ ਨੂੰ ਲਗਭਗ ਅੱਜ 47 ਦਿਨ ਹੋ ਗਏ ਨੇ, ਲੇਕਿਨ 8 ਮੀਟਿੰਗਾਂ ਬਾਅਦ ਵੀ ਕੋਈ ਸਿੱਟਾ ਨਹੀਂ ਨਿਕਲਿਆ। ਮੀਟਿੰਗ ਤੇ ਮੀਟਿੰਗ ਹੋ ਰਹੀਆਂ ਨੇ ਤੇ ਉਹ ਸਿਲਸਿਲਾ ਜਿਹੜਾ ਕਦੋਂ ਤੱਕ ਚੱਲੇਗਾ ਉਸ ਬਾਰੇ ਹੀ ਗੱਲਬਾਤ ਕਰਨ ਲਈ ਅੱਜ ਸਾਡੇ ਨਾਲ ਮੌਜੂਦ ਨੇ ਬਾਈ ਦੀਪ ਸਿੱਧੂ ਜੀ। ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਈ ਜੀ ਪਹਿਲੇ ਤਾਂ ਮੈਂ ਸਟਾਰਟ ਕਰਦਾ ਕਿ ਜਿਹੜਾ ਹੈਗਾ ਸਟਰਕਚਰ ਇਹਦੇ ਵਿੱਚ ਜਿਹੜਾ ਇੱਕ ਬੜਾ ਮੋਰਚੇ ਨੂੰ ਬੜਾ ਇੱਕ ਤਰੀਕੇ ਨਾਲ ਜਿਹੜਾ ਕੀਤਾ ਜਾ ਰਿਹਾ ਹੈ, ਹਾਂਜੀ, ਇਹਦੇ ਬਾਰੇ ਥੋੜਾ ਜਿਹਾ ਦੱਸੋ ਕਿ ਬੜਾ ਇੱਕ ਡਿਸਪਲਿਨ ਚੱਲ ਰਿਹਾ ਹੈ। ਇਹਦਾ ਤੁਸੀਂ ਕ੍ਰੈਡਿਟ ਕਿਹਨਾਂ ਨੂੰ ਦਿੰਦੇ ਹੋ? ਲੀਡਰਾਂ ਨੂੰ, ਸੰਗਤ ਨੂੰ, ਕਿਹਨਾਂ ਨੂੰ, ਜਾਂ ਜਿਹੜੀ ਮੰਡੀਰ ਹੈਗੀ ਉਹਨਾਂ ਨੂੰ ਕਿਹਨੂੰ ਦਿੰਦੇ ਹੋ ਕ੍ਰੈਡਿਟ? ਨਹੀਂ ਜੀ, ਦੇਖੋ ਇਹ ਡਿਸਪਲਿਨ ਦਾ ਜਿਹੜਾ ਕ੍ਰੈਡਿਟ ਆ ਉਹ ਤਾਂ ਸੰਗਤ ਤੇ ਆ ਜੀ, ਔਰ ਸੰਗਤ 'ਚ ਹੀ ਗੁਰੂ ਵਸਦਾ। ਬਿਲਕੁਲ ਜੀ। ਸੋ ਕਿਤੇ ਨਾ ਕਿਤੇ ਜਿਹੜਾ ਅਸੀਂ ਕਹਿ ਦਈਏ ਵੀ ਉਹ ਸਪਿਰਿਟ ਆ, ਜਿਹੜਾ ਵਿਸ਼ਵਾਸ ਆ, ਜਿਹੜਾ ਇੱਥੇ ਜਜ਼ਬਾ, ਉਹ ਸਾਡੀ ਪ੍ਰੇਰਨਾ ਉਹ ਗੁਰੂ ਤੋਂ ਹੀ ਮਿਲ ਰਹੀ ਆ। ਸੋ ਇਸ ਕਰਕੇ ਇਹਦਾ ਕ੍ਰੈਡਿਟ ਤਾਂ ਸੰਗਤ ਨੂੰ ਹੀ ਜਾਂਦਾ। ਸੰਗਤ ਹੀ ਇੱਥੇ ਸਭ ਕੁਝ ਮੈਨੇਜ ਕਰ ਰਹੀ ਆ, ਕੱਲਾ ਡਿਸਪਲਿਨ ਨਹੀਂ, ਸਭ ਕੁਝ ਫੈਸਲੇ ਵੀ ਸੰਗਤ ਲੈ ਰਹੀ ਆ। ਸੋ ਇਹ ਬਿਊਟੀ ਆ ਇਸ ਅੰਦੋਲਨ ਦੀ। ਬਾਈ ਜੀ ਜਿਹੜਾ 26 ਜਨਵਰੀ ਦੀ ਕਾਲ ਹੈ ਉਹਦੇ ਬਾਰੇ ਕੀ ਸੋਚਦੇ ਹੋ? ਜਿੱਦਾਂ ਜਲਿਆਂਵਾਲਾ ਬਾਗ ਹੋਇਆ ਸੀ ਸ਼ਹੀਦੀਆਂ, ਉੱਦਾਂ ਦਾ ਕੁਝ ਹੋਏਗਾ ਜਾਂ ਕੁਝ ਪੀਸਫੁਲੀ ਅਸੀਂ ਕਰ ਜਾਵਾਂਗੇ, ਜਿੱਤ ਹਾਸਲ ਕਰ ਜਾਵਾਂਗੇ? ਕਿਉਂਕਿ ਜਿੱਤ ਜਿਹੜੀ ਹੈ ਉਹ ਕੁਰਬਾਨੀਆਂ ਮੰਗਦੀ। ਨਹੀਂ ਜੀ, ਦੇਖੋ ਆਏ ਆ ਵੀ ਜਦੋਂ ਅਸੀਂ ਤਾਂ ਕਿਸੇ ਪਾਸਿਓਂ ਵੀ ਪਿੱਛੇ ਨਹੀਂ ਰਹਾਂਗੇ, ਅਸੀਂ ਤਾਂ ਜਾਬਤੇ 'ਚ ਰਹਿ ਕੇ ਹੀ ਜਾ ਰਹੇ ਹਾਂ, ਪੀਸਫੁਲੀ ਜਾ ਰਹੇ ਹਾਂ। ਹੁਣ ਗਾਂ ਜਿਹੜਾ ਦੂਜੀ ਧਿਰ ਹੁੰਦੀ ਆ ਉਹ ਕਿੰਨੀ ਕੁ ਜ਼ਾਲਮ ਆ, ਕਿੰਨੀ ਕੁ ਨਿਰਦਈ ਆ, ਉਹਨਾਂ ਨੇ ਕੀ ਕਰਨਾ ਇਹ ਤਾਂ ਉਹਨਾਂ ਨੂੰ ਪਤਾ ਨਾ। ਅਸੀਂ ਤਾਂ ਜਾਬਤੇ 'ਚ ਹੀ ਜਾਵਾਂਗੇ। ਪਰ ਗੱਲ ਇਹ ਆ ਵੀ ਅੱਜ ਜਦੋਂ ਵੀ ਕਿਤੇ ਜ਼ੁਲਮ ਤੇ ਜ਼ਬਰ ਦੇ ਖਿਲਾਫ ਜੰਗ ਹੁੰਦੀ ਆ ਤੇ ਉਸ 'ਚ ਸਾਡਾ ਪੰਥ ਹਮੇਸ਼ਾ ਮੋਹਰੀ ਹੁੰਦਾ, ਸਿੱਖ ਹਮੇਸ਼ਾ ਅੱਗੇ ਹੋ ਕੇ ਲੜਦੇ ਆ। ਇਸੇ ਕਰਕੇ ਪੰਥ ਦਾ ਜਿਹੜਾ ਤੁਸੀਂ ਕਹੋ ਨਿਸ਼ਾਨ ਸਾਹਿਬ ਆ, ਹਮੇਸ਼ਾ ਸਭ ਤੋਂ ਉੱਚਾ ਹੁੰਦਾ। ਇਹ ਨਹੀਂ ਵੀ ਸਾਡਾ ਕਿਸੇ ਨਾਲ ਮੁਕਾਬਲਾ, ਪਰ ਸਿਰਫ ਇਹਦਾ ਪ੍ਰਤੀਕ ਇਹ ਆ ਵੀ ਜ਼ਬਰ ਤੇ ਜ਼ੁਲਮ ਦੇ ਖਿਲਾਫ ਜਿੱਥੇ ਕਿੱਥੇ ਲੜਨਾ ਪਿਆ, ਇਹ ਨਿਸ਼ਾਨ ਸਾਹਿਬ ਸਭ ਤੋਂ ਪਹਿਲਾਂ ਖੜਾ ਹੋਊਗਾ। ਸੋ ਇਹ 26 ਤਰੀਕ ਆ ਸਾਡੀ। ਜੀ ਬਾਈ ਜੀ, ਕੱਲ ਕਿਉਂਕਿ ਜਿਹੜੀ ਮੀਟਿੰਗ ਹੋਈ ਸੀਗੀ ਸਾਡੇ ਜਿਹੜੇ ਕਿਸਾਨ ਆਗੂਆਂ ਦਾ ਪਹਿਲੀ ਵਾਰੀ ਰੁਖ ਜਿਹੜਾ ਥੋੜਾ ਜਿਹਾ ਜ਼ਿਆਦਾ ਸਖਤ ਨਜ਼ਰ ਆਇਆ, ਜੋ ਪਿਛਲੀ ਮੀਟਿੰਗਾਂ 'ਚ ਉਹਨਾਂ ਸਖਤ ਨਜ਼ਰ ਨਹੀਂ ਆਇਆ। ਤੇ ਜਿੱਦਾਂ ਇੱਕ ਕਿਸਾਨ ਆਗੂ ਸਨ ਸਾਡੇ ਬਜ਼ੁਰਗ, ਉਹਨਾਂ ਨੇ ਕਿਹਾ ਸੀਗਾ ਕਿ ਅਗਰ ਸੁਪਰੀਮ ਕੋਰਟ ਵੀ ਇਸ ਤੇ ਕੋਈ ਫੈਸਲਾ ਦਿੰਦਾ ਤੇ ਅਸੀਂ ਸੁਪਰੀਮ ਕੋਰਟ ਦੀ ਨਹੀਂ ਮੰਨਾਂਗੇ। ਬੀਇੰਗ ਏ ਲਾਇਰ, ਇਸ ਚੀਜ਼ ਨੂੰ ਤੁਸੀਂ ਕਿੱਦਾਂ ਦੇਖਦੇ ਹੋ? ਦੇਖੋ ਗੱਲ ਆਏ ਆ, ਉਹਨਾਂ ਨੂੰ ਪਤਾ ਅੱਜ ਦੀ ਡੇਟ 'ਚ ਵੀ ਇਹ ਜਿਹੜੀ ਲੜਾਈ ਲੜ ਰਹੇ ਆ ਨਾ, ਇਹ ਲੋਕਤੰਤਰ ਨੂੰ ਹੀ ਸੁਪਰੀਮ ਕੋਰਟ ਪ੍ਰੋਟੈਕਟ ਕਰ ਰਿਹਾ, ਲੋਕਤੰਤਰ ਨੂੰ ਹੀ ਸਰਕਾਰ ਪ੍ਰੋਟੈਕਟ ਕਰ ਰਹੀ ਆ। ਸਰਕਾਰ ਵੀ ਤਾਂ, ਔਰ ਜੇ ਅਸੀਂ ਕਹੀਏ ਵੀ ਲੋਕ ਸਭਾ, ਉਹ ਵੀ ਤਾਂ ਇੱਕ ਬਹੁਤ ਵੱਡਾ ਅਦਾਰਾ ਨਾ, ਸਰਵਉੱਚ ਅਦਾਰਾ ਸੁਪਰੀਮ ਕੋਰਟ, ਨਿਆਂਪਾਲਿਕਾ ਸਰਵਉੱਚ। ਹੁਣ ਜਦੋਂ ਲੋਕ ਹੀ ਨਹੀਂ ਮੰਨ ਰਹੇ ਇਸ ਗੱਲ ਨੂੰ, ਇਹ ਤਾਂ ਪੋਲਿਸੀ ਡਿਸੀਜਨ ਆ। ਸੁਪਰੀਮ ਕੋਰਟ ਨੇ ਪੋਲਿਸੀ 'ਚ ਮੇਰੇ ਖਿਆਲ 'ਚ ਸੁਪਰੀਮ ਕੋਰਟ ਨੂੰ ਪਹਿਲਾਂ ਤਾਂ ਡਿਸੀਜਨ ਨਹੀਂ ਦੇਣਾ ਚਾਹੀਦਾ, ਕਿਉਂਕਿ ਉੱਥੇ ਤਾਂ ਕਾਨੂੰਨ ਤੇ ਗੱਲ ਹੋਣੀ ਆ, ਕਨਸਟੀਟਿਊਸ਼ਨਲ ਔਰ ਨਾਟ ਕਨਸਟੀਟਿਊਸ਼ਨਲ, ਹੈ ਨਾ, ਸੰਵਿਧਾਨ ਦੇ ਦਾਇਰੇ 'ਚ ਆ ਜਾਂ ਨਹੀਂ ਆ। ਗੱਲ ਇਹ ਆ ਵੀ ਹੋ ਸਕਦਾ ਸੰਵਿਧਾਨ ਦੇ ਦਾਇਰੇ 'ਚ ਵੀ ਹੋਵੇ, ਇੱਕ ਨਵੀਂ ਪੋਲਿਸੀ ਇੰਪਲੀਮੈਂਟ ਕੀਤੀ ਜਾ ਰਹੀ ਹੋਵੇ। ਨਵੀਂ ਪੋਲਿਸੀ ਜਦੋਂ ਇੰਪਲੀਮੈਂਟ ਹੋ ਰਹੀ ਆ ਤਾਂ ਉਹ ਲੋਕਤੰਤਰ ਜਾਂ ਲੋਕਤਾਂਤਰਿਕ ਢਾਂਚੇ ਦਾ ਹਿੱਸਾ ਬਣਦੀ ਆ। ਹੁਣ ਉਹਦੀ ਪ੍ਰੈਕਟਿਸ ਜਿਹੜੀ ਆ, ਉਹਦਾ ਦਾਇਰਾ ਸੁਪਰੀਮ ਕੋਰਟ ਦਾ ਆਊਗਾ ਵੀ ਉਹ ਕਿਵੇਂ ਪ੍ਰੈਕਟਿਸ ਕੀਤੀ ਜਾਂਦੀ ਆ। ਉੱਥੇ ਅਨਫੇਅਰ ਮੀਨਸ ਨਾਲ ਤਾਂ ਨਹੀਂ ਪ੍ਰੈਕਟਿਸ ਹੋ ਰਹੀ ਉਹ ਨਵੀਂ ਪੋਲਿਸੀ, ਹੈ ਨਾ, ਜਾਂ ਉਹਦੀਆਂ ਕੰਪਨੀਆਂ ਫਾਇਦਾ ਤਾਂ ਨਹੀਂ ਉਠਾ ਰਹੀਆਂ, ਐਕਸਪਲੋਇਟ ਕਰ ਰਹੀਆਂ ਕਿਤੇ ਫਾਰਮਰਸ ਨੂੰ। ਉਹ ਦਾਇਰਾ ਸੁਪਰੀਮ ਕੋਰਟ ਜਾਂ ਕਾਨੂੰਨ ਦੇ ਦਾਇਰੇ 'ਚ ਆਊਗਾ। ਉਦੋਂ ਪਹਿਲਾਂ ਪੋਲਿਸੀ ਬਣਾਉਣੀ ਤੇ ਇੰਪਲੀਮੈਂਟੇਸ਼ਨ, ਇਹ ਜਿਹੜੀ ਇਹ ਦਾਇਰਾ ਨਾ, ਇਹ ਆ ਲੋਕ ਸਭਾ ਦਾ। ਲੋਕ ਸਭਾ 'ਚ ਲੋਕਾਂ ਦੇ ਰਿਪਰੈਜ਼ੈਂਟੇਟਿਵ ਬੈਠੇ ਹੁੰਦੇ ਆ। ਮੰਨ ਲਓ ਰਿਪਰੈਜ਼ੈਂਟੇਟਿਵ ਨੇ ਕੋਈ ਪੋਲਿਸੀ ਘੜ ਵੀ ਦਿੱਤੀ, ਲੋਕ ਕਹਿ ਰਹੇ ਆ ਸਾਨੂੰ ਨਹੀਂ ਚਾਹੀਦੀ ਇਹ, ਤਾਂ ਫਿਰ ਉਹਨਾਂ ਨੂੰ ਇਹ ਐਕਚੁਅਲੀ ਵਿਡਰਾ ਰਿਪੀਲ ਕਰਨੀ ਚਾਹੀਦੀ ਆ, ਇਹ ਲਾਗੂ ਨਹੀਂ ਕਰਨੀ ਚਾਹੀਦੀ। ਇੰਨਾ ਕੁ ਕੰਮ ਆ ਇਹ ਬਸ। ਬਾਈ ਜੀ ਪਹਿਲੇ ਜਦੋਂ ਸ਼ੰਭੂ ਮੋਰਚਾ ਸੀ ਤਾਂ ਤੱਕ ਉੱਥੇ ਗੱਲ ਚੱਲ ਰਹੀ ਸੀਗੀ MSP ਤੇ, ਰਿਵੀਲ ਦੀ ਗੱਲ ਨਹੀਂ ਚੱਲ ਰਹੀ ਸੀਗੀ, ਤੇ ਹੁਣ ਗੱਲ ਰਿਪੀਲ ਦੀ ਜਿਹੜੀ, ਹਾਂਜੀ, ਤੇ ਉਹ ਜਿਹੜੀ ਚੱਲ ਰਹੀ ਸੀਗੀ ਪਹਿਲਾਂ MSP ਤੇ ਸੀਗੀ ਤੇ ਹੁਣ ਰਿਪੀਲ ਤੇ ਆ ਗਏ ਆਪਾਂ, ਜਾਂ ਪਹਿਲਾਂ ਹੀ ਆਪਾਂ ਰਿਪੀਲ ਤੇ ਸੀਗੇ? ਨਹੀਂ ਜੀ, ਇਹ ਤਾਂ ਹੁਣ ਤੁਸੀਂ ਸ਼ੰਭੂ ਮੋਰਚੇ ਦਾ ਤੁਸੀਂ ਪਹਿਲਾਂ ਥੋੜਾ 2-3 ਮਹੀਨੇ ਪਹਿਲਾਂ ਦਾ ਤੁਹਾਨੂੰ ਪੂਰਾ ਇਤਿਹਾਸ ਦੇਖਣਾ ਪੈਣਾ। ਜੀ ਜੀ, ਉੱਥੇ ਕਦੇ ਵੀ MSP ਦੀ ਗੱਲ ਨਹੀਂ ਹੋਈ। ਉੱਥੇ ਹਮੇਸ਼ਾ ਇਹ ਗੱਲ ਹੋਈ ਆ ਵੀ ਇਹ ਆਰਥਿਕ ਗੱਲ ਨਹੀਂ ਆ, ਇਹ ਸੱਭਿਆਚਾਰਕ ਵੀ ਆ, ਇਹ ਰਾਜਸੀ ਵੀ ਆ, ਇਹ ਸਮਾਜਿਕ ਵੀ ਆ, ਹੈ ਨਾ, ਤੇ ਆਰਥਿਕ ਵੀ ਆ। ਇਸ ਖਾਤਰ ਸਾਡੀ ਹੋਂਦ ਦੀ ਲੜਾਈ ਆ। ਹੁਣ ਹੋਂਦ ਦੀ ਲੜਾਈ 'ਚ ਤਾਂ ਇਹ ਗੱਲ ਬਿਲਕੁਲ ਕਲੀਅਰ ਆ ਵੀ ਸਾਨੂੰ ਇਹ ਕਾਨੂੰਨ ਨਹੀਂ ਚਾਹੀਦੇ।
ਸੋ ਗੱਲ ਉੱਥੇ ਆ ਕੇ ਖੜਦੀ ਸੀ ਸ਼ੰਭੂ ਮੋਰਚੇ ਤੇ, ਅੱਜ ਵੀ ਉੱਥੇ ਹੀ ਖੜੀ ਆ, ਸ਼ੰਭੂ ਮੋਰਚੇ 'ਚ ਵੀ ਉੱਥੇ ਹੀ ਖੜੀ ਸੀ। ਮੇਰਾ ਇਹ ਸਵਾਲ ਪੁੱਛਣ ਦਾ ਬਾਈ ਜੀ ਰੀਜ਼ਨ ਇਹ ਸੀਗਾ ਕਿ ਮੇਨ ਸਟ੍ਰੀਮ ਮੀਡੀਆ ਜਿਹੜਾ ਹੈ ਉਹ ਇਸ ਚੀਜ਼ ਦਾ ਕਰ ਰਿਹਾ ਪ੍ਰਚਾਰ ਕਿ ਪਹਿਲਾਂ ਐਮਐਸਪੀ ਤੇ ਸੀਗੇ, ਇਹ ਰਿਪੀਲ ਦੀ ਡਿਮਾਂਡ ਜਿਹੜੀ ਬਾਅਦ ਵਿੱਚ ਆਈ ਹੈ, ਇਸ ਕਰਕੇ ਇਹ ਤੁਹਾਨੂੰ ਸਵਾਲ ਪੁੱਛਿਆ। ਨਹੀਂ ਜੀ, ਮੇਨ ਸਟ੍ਰੀਮ ਮੀਡੀਆ ਇਸ ਕਰਕੇ ਕਰ ਰਿਹਾ ਹੋਣਾ ਕਿਉਂਕਿ ਕੁਝ ਕਿਸਾਨ ਜਥੇਬੰਦੀਆਂ ਦੇ ਆਗੂ ਉਸ ਟਾਈਮ ਐਮਐਸਪੀ ਦੀ ਗੱਲ ਕਰਦੇ ਸੀ, ਪਰ ਅਸੀਂ ਹਮੇਸ਼ਾ ਹੀ ਸ਼ੰਭੂ ਮੋਰਚੇ ਤੋਂ ਇਹ ਗੱਲ ਕੀਤੀ ਵੀ ਇਹ ਕੱਲੀ ਐਮਐਸਪੀ ਦੀ ਲੜਾਈ ਨਹੀਂ ਆ, ਇਹਦਾ ਦਾਇਰਾ ਬਹੁਤ ਵੱਡਾ ਤੇ ਇਹ ਤਾਂ ਹੁਣ ਗੱਲ ਜਨਤਕ ਹੀ ਆ ਵੀ ਆਪਾਂ ਇਹੀ ਆਪਦਾ ਨੈਰੇਟਿਵ ਥਰੋ ਕੀਤਾ, ਇਹਦਾ ਦਾਇਰਾ ਬਹੁਤ ਵੱਡਾ, ਇਹ ਸਾਡੀ ਹੋਂਦ ਦੀ ਲੜਾਈ ਆ। ਤੇ ਬਾਈ ਜੀ ਕੱਲ ਜਿਹੜੀ ਮੀਟਿੰਗ ਹੋਈ ਹੈ ਉਹਦੇ 'ਚ ਹੁਣ ਜਿਵੇਂ ਮਿਨਿਸਟਰਸ ਜਿਹੜੇ ਬੈਠੇ ਸਨ ਸਰਕਾਰ ਵੱਲੋਂ, ਉਹਨਾਂ ਨੇ ਇਹ ਕਿਹਾ ਸੀ ਜਾਏ ਕਿ ਤੁਸੀਂ ਸੁਪਰੀਮ ਕੋਰਟ ਚਲੇ ਜਾਓ। ਇਹ ਸੁਪਰੀਮ ਕੋਰਟ ਵੱਲ ਜਾਣ ਨੂੰ ਕਿਸਾਨਾਂ ਨੂੰ ਕਿਉਂ ਕਿਹਾ ਜਾ ਰਿਹਾ ਹੈ? ਇਹਦੇ ਪਿੱਛੇ ਕੋਈ ਖਾਸ ਕਾਰਨ, ਜਾਂ ਉਹਨਾਂ ਨੂੰ ਲੱਗਦਾ ਹੈ ਕਿ ਸੁਪਰੀਮ ਕੋਰਟ ਉਹਨਾਂ ਦੇ ਹੱਕ 'ਚ ਡਿਸੀਜਨ ਦੇ ਦੇਗੀ? ਹਾਂ ਬਿਲਕੁਲ, ਉਹਨਾਂ ਨੂੰ ਇਹ ਲੱਗਦਾ ਵੀ ਸੁਪਰੀਮ ਕੋਰਟ ਉਹਨਾਂ ਦੇ ਹੱਕ 'ਚ ਡਿਸੀਜਨ ਦੇਊਗੀ। ਕਿਉਂਕਿ ਉਹ ਕਾਨੂੰਨ ਜਿਵੇਂ ਘੜਦੇ ਆ, ਕਾਨੂੰਨ ਦਾ ਜੋ ਪੂਰਾ ਉਹਦਾ ਤੁਸੀਂ ਕਹਿ ਲਓ ਵੀ ਸਹਾਰਾ ਲੈਂਦੇ ਆ, ਉਹ ਵੀ ਇੱਕ ਉਹਨਾਂ ਦਾ ਜਿਹੜਾ ਪੋਲੀਟੀਕਲ ਡਿਜ਼ਾਈਨ ਆ ਉਹਦੇ ਚੋਂ ਨਿਕਲਦੀ ਆ ਗੱਲ। ਸੋ ਜੇ ਗੱਲ ਹੁਣ ਡਿਪਲੋਮੈਟਿਕ ਟਾਕਸ 'ਚ ਨਹੀਂ ਨਿਬੜ ਰਹੀ ਤਾਂ ਤੁਸੀਂ ਕਾਨੂੰਨ ਵਾਲੇ ਪਾਸੇ ਚੱਲ ਜਾਓ, ਉਹ ਇੱਕ ਰਾਊਟ ਆ, ਇੱਕ ਡਿਫਰੈਂਟ ਰਾਊਟ ਆ ਵੀ ਇੱਧਰ ਨੂੰ ਤੋਰ ਦਿਓ, ਹਨਾ। ਪਰ ਅਸੀਂ ਬੜੇ ਕਲੀਅਰ ਆ ਵੀ ਜਿਹੜੇ ਇਹ ਕਾਨੂੰਨ ਆ ਇਹ ਸਾਨੂੰ ਮਾਫਕ ਨਹੀਂ, ਸੋ ਇਸ ਕਰਕੇ ਤੁਸੀਂ ਇਹ ਕਾਨੂੰਨ ਨਾ ਲਾਗੂ ਕਰੋ। ਬਾਈ ਜੀ ਇੱਕ ਆਖਰੀ ਸਵਾਲ ਜਿਹੜਾ ਕਿ ਸਿੱਧਾ ਦੀਪ ਸਿੱਧੂ ਨੂੰ ਹੀ ਮਤਲਬ ਵਿੱਚ ਇਨਵੋਲਵ ਕਰਦਾ ਹੈ। ਜਿਹੜਾ ਇਹ ਮੋਰਚਾ ਜਿੱਦਣ ਤੋਂ ਸ਼ੁਰੂ ਹੋਇਆ, ਦੀਪ ਸਿੱਧੂ ਉਹਦੇ 'ਚ ਬੜੇ ਵੱਧ ਚੜ ਕੇ ਇਨਵੋਲਵ ਰਹੇ। ਇਸ ਮੋਰਚੇ ਨੂੰ, ਇੱਕ ਛੋਟੇ ਮੋਰਚੇ ਨੂੰ ਬੜਾ ਵੱਡਾ ਬਣਾਉਣ 'ਚ ਬੜਾ ਵੱਡਾ ਇੱਕ ਹੱਥ ਰਿਹਾ ਤੁਹਾਡਾ। ਤੇ ਜਦੋਂ ਮੋਰਚਾ ਉੱਥੋਂ ਸ਼ੰਭੂ ਟੱਪ ਕੇ ਦਿੱਲੀ ਪਹੁੰਚ ਗਿਆ, ਇੱਥੇ ਆ ਕੇ ਬਾਰਡਰ ਦੇ ਆਪਾਂ ਬਹਿ ਗਏ ਤੇ ਕੁਝ ਆਗੂਆਂ ਵੱਲੋਂ ਕੀਤਾ ਗਿਆ ਕਿ ਤੁਹਾਨੂੰ ਉੱਥੇ ਸਟੇਜ ਤੇ ਆਉਣ ਨੂੰ ਮਨਾ ਕਰ ਦਿੱਤਾ ਗਿਆ, ਔਰ ਦੀਪ ਸਿੱਧੂ ਨੇ ਉਸ ਜਿਹੜੀ ਉਹਨਾਂ ਦੇ ਹੁਕਮ ਕਹਿ ਲਈਏ ਜਾਂ ਜੋ ਵੀ ਉਹਨਾਂ ਦੇ ਸੀਗੇ ਡਿਸੀਜਨ, ਉਹਨਾਂ ਨੂੰ ਪੂਰੇ ਖਿੜੇ ਮੱਥੇ ਮੰਨਿਆ, ਨਿਭਾਇਆ। ਜੇ ਗਏ ਵੀ ਉਧਰ ਸਟੇਜ ਵੱਲ ਗਏ ਤੇ ਰਾਤੀ ਸਭ ਕੁਝ ਮੁੱਕਣ ਤੋਂ ਬਾਅਦ ਗਏ, ਦਿਨੇ ਨਹੀਂ ਗਏ, ਤਾਂ ਕਿ ਕਿਸੇ ਨੂੰ ਇਹ ਨਾ ਲੱਗੇ ਕਿ ਦੀਪ ਸਿੱਧੂ ਨੇ ਇਹਨਾਂ ਦੀ ਗੱਲ ਨਹੀਂ ਮੰਨੀ। ਤੇ ਕੀ ਉਹਨਾਂ ਨੂੰ ਇਹ ਨਹੀਂ ਚਾਹੀਦਾ ਕਿ ਜਿੱਦਾਂ ਦੀਪ ਸਿੱਧੂ ਉਹਨਾਂ ਦੀ ਗੱਲ ਨੂੰ ਮੰਨ ਰਹੇ ਨੇ, ਤੇ ਹੁਣ ਉਹਨਾਂ ਨੂੰ ਵੀ ਚਾਹੀਦਾ ਹੈ ਕਿ ਜਿਹੜੀ ਉਹਨਾਂ ਨੇ ਤੁਹਾਨੂੰ ਸਟੇਜ ਤੋਂ ਦੂਰ ਰੱਖਿਆ ਜਾਂ ਤੁਹਾਨੂੰ ਇਸ ਤੋਂ ਦੂਰ ਰੱਖਿਆ, ਉਹਦੇ ਤੇ ਉਹਨਾਂ ਨੂੰ ਵੀ ਦੁਬਾਰਾ ਵਿਚਾਰ ਕਰਨਾ ਚਾਹੀਦਾ? ਨਹੀਂ, ਗੱਲ ਦੇਖੋ ਸਟੇਜ ਦੀ ਨਹੀਂ ਆ, ਇੱਥੇ ਸਟੇਜ ਤੇ ਬੋਲਣ ਥੋੜੀ ਆਏ ਆ। ਨਹੀਂ, ਗੱਲ ਸਟੇਜ ਤੇ ਬੋਲਣ ਦੀ ਨਹੀਂ ਹੈ। ਮਤਲਬ ਇੱਕ ਪੜ੍ਹਿਆ ਲਿਖਿਆ ਬੰਦਾ, ਦੇਖੋ ਇੱਕ ਪੜ੍ਹੀ ਲਿਖੀ ਫਰਟੀਲਿਟੀ ਜਿਹੜੀ ਨਾਲ ਆ ਕੇ ਖੜੀ ਹੁੰਦੀ ਹੈ ਨਾ, ਉਹਦੇ ਨਾਲ ਇੱਕ ਬੜਾ ਵੱਡਾ ਫਰਕ ਪੈਂਦਾ ਹੈ। ਕਾਨੂੰਨ ਦੇ ਮਾਹਿਰ ਵੀ ਹੋ, ਉਸ ਚੀਜ਼ ਨੂੰ ਮੈਂ ਲੈ ਕੇ ਕਹਿ ਰਿਹਾ। ਨਹੀਂ ਦੇਖੋ, ਉਹ ਫਿਰ ਸਟੇਜ ਤਾਂ ਕੋਈ ਲਾਭ ਨਹੀਂ ਉਸ ਗੱਲ ਨੂੰ। ਸਟੇਜ ਤਾਂ ਇੱਕ ਇਹ ਆ ਵੀ ਨੈਰੇਟਿਵ ਥਰੋ ਕਰਨਾ ਹੁੰਦਾ, ਤੁਸੀਂ ਗੱਲ ਕਰਦੇ ਹੋ ਜਾ ਕੇ ਤੇ ਲੋਕ ਉਸ ਗੱਲ ਨੂੰ ਸੁਣਦੇ ਆ, ਸਮਝਦੇ ਆ ਤੇ ਸਾਡੇ ਨਾਲ ਜੁੜਦੇ ਆ ਜਾਂ ਇਹ ਡਿਸਾਈਡ ਕਰਦੇ ਆ ਵੀ ਕਿੰਨੀ ਕੁ ਠੀਕ ਗੱਲ ਹੋ ਰਹੀ ਹੈ ਕਿ ਨਹੀਂ ਹੋ ਰਹੀ। ਪਰ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਉੱਥੇ ਉਹਦੀ ਜ਼ਰੂਰਤ ਜ਼ਰੂਰ ਆ। ਮੈਂ ਮਹਿਸੂਸ ਕਰਦਾ ਵੀ ਸਾਨੂੰ ਟੀਮ ਵਰਕ ਕਰਨਾ ਚਾਹੀਦਾ, ਸਾਨੂੰ ਮੀਟਿੰਗਸ ਜਿਹੜੀਆਂ ਨਾ ਉਹਦੇ 'ਚ ਉਹ ਸਾਰੇ ਬੰਦੇ ਇਨਵੋਲਵ ਕਰਨੇ ਚਾਹੀਦੇ ਆ ਜਿਨ੍ਹਾਂ ਦਾ ਇਸ ਸੰਘਰਸ਼ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦਾ ਯੋਗਦਾਨ ਆ ਜਾਂ ਉਹਨਾਂ ਦਾ ਇੱਕ ਆਪਦਾ ਪਰਸਪੈਕਟਿਵ ਆ। ਉਸ ਪਰਸਪੈਕਟਿਵ ਨੂੰ ਸੁਣ ਕੇ ਫਿਰ ਰਣਨੀਤੀ ਡਿਸਾਈਡ ਕਰ ਲਓ। ਪਰਸਪੈਕਟਿਵ ਨੂੰ ਸੁਣਨਾ ਤਾਂ ਚਾਹੀਦਾ ਨਾ, ਇੰਨੀ ਕੁ ਗੱਲ ਹੈ ਜੀ। ਕਿਉਂਕਿ ਮੇਨ ਚੀਜ਼ ਹੈ ਜੀ ਕਿ ਸਾਡਾ ਜਿਹੜਾ ਇੱਕ ਥਿੰਕ ਟੈਂਕ ਹੈ ਉਹਦੇ 'ਚ ਕਾਨੂੰਨ ਦੇ ਮਾਹਿਰ ਹੋਣੇ ਬਹੁਤ ਜ਼ਰੂਰੀ ਨੇ। ਨਹੀਂ ਉਹ ਤਾਂ ਬਿਲਕੁਲ ਵੱਖਰੀ ਜਿਹੜੀ ਥਿੰਕ ਟੈਂਕ ਨਹੀਂ ਹੈ, ਕਹਿ ਲਈਏ ਸਾਡੀ ਇੱਕ ਟੀਮ ਆ, ਉਹਦੇ 'ਚ ਸਾਡੇ ਟੀਮ ਹੀ ਥਿੰਕ ਟੈਂਕ ਹੈ ਜੀ। ਹਾਂ, ਉਹਦੇ 'ਚ ਸਾਡੇ ਜਿਹੜੇ ਇੰਟੈਲੈਕਚੁਅਲਸ ਵੀ ਹੋਣ, ਲੀਗਲ ਐਕਸਪਰਟਸ ਵੀ ਹੋਣ, ਐਗਰੋ ਐਕਸਪਰਟਸ ਵੀ ਹੋਣ, ਸਾਡੇ ਲੀਡਰਸ਼ਿਪ ਵੀ ਹੋਵੇ ਉਹਦੇ 'ਚ, ਹਨਾ, ਜਿਹੜੇ ਲੀਡਰਸ ਆ ਸਾਡੇ, ਸੋ ਤਾਂ ਹੀ ਇੱਕ ਮੁਕੰਮਲ ਟੀਮ ਬਣਦੀ ਆ। ਇੱਕ ਛੋਟਾ ਜਿਹਾ ਹੋਰ ਸਵਾਲ, ਕੀ ਲੱਗਦਾ ਕਿ ਦੀਪ ਸਿੱਧੂ ਦੇ ਸਬਰ ਦਾ ਇਮਤਿਹਾਨ ਲਿਆ ਜਾ ਰਿਹਾ? ਨਹੀਂ ਜੀ, ਮੇਰਾ ਨਹੀਂ, ਸਾਰਿਆਂ ਦਾ ਹੀ ਸਬਰ ਦਾ ਇਮਤਿਹਾਨ ਹੈ, ਇਕੱਲਾ ਮੈਂ ਨਹੀਂ ਆ। ਮੈਂ ਤਾਂ ਫੇਰ ਤੁਹਾਡੇ ਨਾਲ ਆਪਦੇ ਬੋਲ ਕੇ ਗੱਲਬਾਤ ਕਰ ਲੈਣਾ। ਮੇਰਾ ਸਬਰ ਤਾਂ ਹਜੇ ਪਰਖ ਹੀ ਨਹੀਂ ਹੋਈ ਜੇ ਅਸਲ ਕਹਾਂ ਤਾਂ। ਪਰ ਸੰਗਤ ਦਾ ਸਬਰ ਦੇਖੋ ਤੁਸੀਂ, ਜਿਹੜੇ ਚਿਹਰੇ ਵੀ ਨਹੀਂ ਆ, ਜਿਨ੍ਹਾਂ ਨੇ ਕੁਛ ਇੱਥੋਂ ਸਿਰਫ ਇੱਕ ਮਕਸਦ ਲਈ ਆਏ ਹੋਏ ਆ ਵੀ ਜਿੱਤ ਕੇ ਜਾਈਏ। ਹੋ ਸਕਦਾ ਆਪਦਾ ਪਰਸਨਲ ਉਹਦੇ 'ਚ ਕੋਈ ਗੇਨ ਹੀ ਨਾ ਹੋਵੇ, ਕਿਉਂਕਿ ਜੇ ਅਸੀਂ ਕਹੀਏ ਹਜੇ ਵੀ ਪੰਜਾਬ ਵਾਪਸ ਜਾ ਕੇ ਸਾਨੂੰ ਖੁਦਕੁਸ਼ੀਆਂ ਤੇ ਕਰਜ਼ਿਆਂ ਨਾਲ ਲੜਨਾ ਪਊਗਾ, ਤੇ ਇਹ ਨਹੀਂ ਵੀ ਇੱਥੋਂ ਬਹੁਤ ਵੱਡਾ ਕੁਝ ਲੈ ਕੇ ਜਾ ਵੜਾਂਗੇ, ਪਰ ਹਾਂ ਆਉਣ ਵਾਲੇ ਭਵਿੱਖ ਨੂੰ ਬਚਾ ਲਾਂਗੇ ਤੇ ਪੰਜਾਬ ਦੀ ਇੱਕ ਜਿਹੜੀ ਸਾਡੀ ਹੋਂਦ ਆ ਉਹਨੂੰ ਬਚਾ ਕੇ ਰੱਖ ਲਾਂਗੇ। ਤੇ ਸੰਗਤ ਦਾ ਸਬਰ ਆ, ਉਹਨਾਂ ਦਾ ਸਦਕਾ ਮੈਂ ਸਜਦਾ ਕਰਦਾ ਸੰਗਤ ਨੂੰ, ਜਿਸ ਤਰ੍ਹਾਂ ਦਾ ਉਹਨਾਂ ਨੇ ਇੱਥੇ ਇਹ ਸਾਰਾ ਕੈਰੈਕਟਰ ਦਿਖਾਇਆ, ਕਿਰਦਾਰ ਦਿਖਾਇਆ, ਕਮਾਲ ਆ। ਥੈਂਕ ਯੂ ਬਾਈ ਜੀ। ਇਹ ਸਨ ਬਾਈ ਦੀਪ ਸਿੱਧੂ ਜੀ ਜੋ ਸਾਡੇ ਨਾਲ ਅੱਜ ਇੱਥੇ ਹੈਗੇ ਸਨ
ਸੋ ਵਰਲਡ ਸਿੱਖ ਦੇ ਅਪਡੇਟਸ ਦੀ ਟੀਮ ਨੂੰ ਇੱਥੇ ਹੀ ਇਜਾਜ਼ਤ ਦਿਓ। ਬਹੁਤ ਜਲਦ ਆਪ ਜੀ ਸਾਹਮਣੇ ਫਿਰ ਹਾਜ਼ਰ ਹੋਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।